ਅਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ। ਬਾਹੇ ਗਹੇ ਕੀ ਲਾਜ ਆਸ ਗੋਬਿੰਦ ਦਾਸ ਤੁਹਾਰ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾ। ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨ ਸਾਕਾਂ। ਤੂੰ ਠਾਕੁਰ ਊਚ ਭਗਵਾਨਾ। ਮੈਂ ਹਰ ਹਰ ਨਾਮ ਧਰ ਸੋਈ। ਜਿਉ ਭਾਵੈ ਤਿਉ ਰਾਖ ਮੇਰੇ ਸਾਹਿਬ। ਮੈਂ ਤੁਝ ਬਿਨ ਅਵਰ ਨਾ ਕੋਈ। ਜਿਉ ਭਾਵੈ ਤਿਉ ਰਾਖ ਮੇਰੇ ਸਾਹਿਬ। ਮੈਂ ਤੁਝ ਬਿਨ ਅਵਰ ਨਾ ਕੋਈ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭਾਦੋਏ ਭਰਮ ਭੁਲਾਣੀਆਂ ਦੂਜੈ ਲੱਗਾ ਹੇਤ। ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਦਸਾਂ ਪਾਤਸ਼ਾਹੀਆਂ ਜੀ ਕੇ ਆਤਮਕ ਸਵਰੂਪ ਚਵਰ ਛਤਰ ਤਖਤ ਸਿੰਘਾਸਨ ਕੇ ਮਾਲਕ ਐਸੇ ਮਹਾਨ ਸਤਿਗੁਰੂ ਕਲਯੁਗ ਕੇ ਬੋਹਿਤ। ਤਿਨਾਂ ਦੀ ਪਾਵਨ ਪਵਿੱਤਰ ਗੋਦ ਦਾ ਆਨੰਦ ਮਾਣ ਰਹੇ ਹੋ। ਵਡਭਾਗੇ ਹੋ ਜਿਨ੍ਹਾਂ ਨੂੰ ਸਤਿਗੁਰੂ ਜੀਆਂ ਦੀ ਕਿਰਪਾ ਰਹਿਮਤ ਦੇ ਸਦਕਾ ਅੰਮ੍ਰਿਤ ਵੇਲੇ ਦੀ ਦਾਤ ਪ੍ਰਾਪਤ ਹੋਈ ਹੈ। ਸਤਿਗੁਰੂ ਨੇ ਆਪ ਰਹਿਮਤ ਕਰਕੇ ਆਪਣੇ ਦਰਸ਼ਨ ਦੀਦਾਰ ਦਿੱਤੇ ਨੇ। ਕੁਰਬਾਨੀ ਤਿੰਨਾਂ ਗੁਰਸਿੱਖਾਂ ਪਿਛਲ ਰਾਤੀ ਉੱਠ ਬਹੰਦੇ। ਕੁਰਬਾਨੀ ਤਿੰਨਾਂ ਗੁਰਸਿੱਖਾਂ ਅੰਮ੍ਰਿਤ ਵੇਲੇ ਸਰ ਨਾ ਵੰਦੇ। ਕੁਰਬਾਨੀ ਤਿੰਨਾਂ ਗੁਰਸਿੱਖਾਂ ਹੋਏ ਇੱਕ ਮਨ ਗੁਰ ਜਾਪ ਜਪੰਦੇ। ਔਰ ਸਤਿਗੁਰੂ ਜੀ ਗੁਰਬਾਣੀ ਦੇ ਅੰਦਰ ਬੜਾ ਸੋਹਣਾ ਫਰਮਾਨ ਕਰਦੇ। ਪ੍ਰਭਾਤੇ ਪ੍ਰਭ ਨਾਮ ਜਪ ਗੁਰ ਕੇ ਚਰਨ ਧਿਆਏ। ਜਨਮ ਕਰਮ ਮਲ ਉਤਰੈ ਸੱਚੇ ਕੇ ਗੁਣ ਗਾਏ। ਉਸ ਸਤਿਗੁਰੂ ਜੀਆਂ ਦੇ ਗੁਣ ਗਾਉਣ ਦੇ ਨਾਲ ਅੰਮ੍ਰਿਤ ਵੇਲੇ ਦਰਸ਼ਨ ਦੀਦਾਰ ਕਰਨ ਦੇ ਨਾਲ ਜਨਮਾਂ ਕਰਮਾਂ ਦੇ ਕੀਤੇ ਹੋਏ ਕਰਮਾਂ ਦੀ ਮੈਲ ਜਿਹੜੀ ਹੈ ਉਹ ਦੂਰ ਹੋ ਜਾਂਦੀ ਹੈ। ਬੜੇ ਪ੍ਰੇਮ ਸਹਿਤ ਆਪ ਸਰਬੱਤ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਨਿਤਨੇਮ ਦੇ ਅੰਦਰ ਪੰਜ ਬਾਣੀਆਂ ਜੀ ਕੇ ਜਾਪ ਉਪਰੰਤ ਸਤਿਗੁਰੂ ਜੀਆਂ ਨੇ ਪ੍ਰਕਾਸ਼ਮਾਨ ਹੋ ਕਰਕੇ ਆਪਣੇ ਦਰਸ਼ਨ ਦੀਦਾਰ ਦਿੱਤੇ। ਸ੍ਰੀ ਮੁਖ ਵਾਕ ਸਾਹਿਬ ਜੀ ਬਖਸ਼ਿਸ਼ ਕੀਤੇ। ਉਪਰੰਤ ਜੋ ਅੱਜ ਭਾਦੋਂ ਦੀ ਸੰਗਰਾਂਦ ਦਾ ਪਾਵਨ ਪਵਿੱਤਰ ਦਿਹਾੜਾ ਹੈ ਤੇ ਇਸ ਦਾ ਮੂਲ ਪਾਠ ਆਪ ਜੀਆਂ ਨੇ ਸਤਿਕਾਰਯੋਗ ਬਾਬਾ ਜੀਆਂ ਦੀ ਰਸਨਾ ਪਾਸੋਂ ਸਰਵਣ ਕੀਤਾ ਹੈ। ਆਓ ਬੜੇ ਪ੍ਰੇਮ ਸਹਿਤ
ਕੁਝ ਸਮਾਂ ਸਤਿਗੁਰੂ ਜੀਆਂ ਦੇ ਚਰਨਾਂ ਪਾਸ ਸੁਰਤੀਆਂ ਬਿਰਤੀਆਂ ਨੂੰ ਟਿਕਾ ਕਰਕੇ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁਖ ਲੱਥਾ ਸੁਣ ਹਰ ਕਥਾ ਉਤਾਰੀ ਮੈਲ ਮਹਾਪਨੀਤ ਭਏ ਸੁਖ ਸੈਲ ਵੱਡਾ ਭਾਗ ਪਾਇਆ ਸਾਧ ਸੰਗ ਪਾਰ ਬ੍ਰਹਮ ਸਿਉ ਲਾਗੋ ਰੰਗ। ਬੜੇ ਪ੍ਰੇਮ ਸਹਿਤ ਸਤਿਗੁਰੂ ਜੀਆਂ ਕੀ ਪਾਵਨ ਪਵਿੱਤਰ ਗੁਰਬਾਣੀ ਦੀ ਵਿਚਾਰ ਸਰਵਣ ਕਰੀਏ ਤਾਂ ਕਿ ਸਾਡਾ ਮਨਮੁਖੀ ਕਲਯੁਗੀ ਜੀਵਾਂ ਦਾ ਸੁਭਾਅ ਚਿੱਤ ਬਦਲ ਕਰਕੇ ਸਤਿਗੁਰੂ ਜੀਆਂ ਦੇ ਚਰਨਾਂ ਦੇ ਨਾਲ ਜੁੜ ਆਵੇ ਜੀ। ਭਾਦੋਏ ਭਰਮ ਭੁਲਾਣੀਆਂ ਦੂਜੈ ਲੱਗਾ ਹੇਤ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਭਾਦੋਂ ਦੇ ਮਹੀਨੇ ਦੀ ਪ੍ਰਾਰੰਭਤਾ ਕਰਦਿਆਂ ਹੋਇਆਂ ਜੀਵਾਂ ਦੇ ਭਲੇ ਹਿੱਤ ਔਰ ਜੀਵਾਂ ਦੀ ਕਲਿਆਣਤਾ ਦੇ ਵਾਸਤੇ ਉਪਦੇਸ਼ ਦਿੰਦਿਆਂ ਹੋਇਆਂ ਹਰ ਇੱਕ ਗੁਰਸਿੱਖ ਨੂੰ ਜਾਂ ਹਰ ਇੱਕ ਸੰਸਾਰ ਦੇ ਉੱਪਰ ਵਸਦੇ ਹੋਏ ਮਨੁੱਖ ਨੂੰ ਇਹ ਉਪਦੇਸ਼ ਦੇ ਰਹੇ ਨੇ, ਜਿਸ ਉਪਦੇਸ਼ ਦੇ ਨਾਲ ਪਰਮਾਤਮਾ ਦੇ ਚਰਨਾਂ ਦੇ ਨਾਲ ਸਾਡੀ ਸੁਰਤੀ ਬਿਰਤੀ ਜੁੜ ਜਾਵੇ, ਪਰਮਾਤਮਾ ਦੇ ਚਰਨਾਂ ਦੇ ਨਾਲ ਸਾਡਾ ਪ੍ਰੇਮ ਬਣ ਜਾਵੇ। ਕਿਉਂਕਿ ਜਿਨ੍ਹਾਂ ਦੀ ਸੁਰਤੀ ਬਿਰਤੀ ਉਸ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਨਾਲ ਜੁੜ ਜਾਵੇ, ਪ੍ਰੇਮ ਬਣ ਜਾਵੇ, ਉਹ ਕਦੇ ਵਾਸਤੇ ਵੀ ਜੀਵ ਠੋਕਰਾਂ ਨਹੀਂ ਖਾਂਦੇ। ਸਤਿਗੁਰੂ ਜੀ ਭਾਦੋਏ ਸ਼ਬਦ ਵਰਤਦੇ ਨੇ, ਜਿਹਨੂੰ ਆਪਾਂ ਆਪਣੀ ਬੋਲੀ ਦੇ ਅੰਦਰ ਭਾਦਰੋਂ ਕਹਿੰਦੇ। ਭਾਦੋਏ ਦਾ ਭਾਵ ਕੀ ਹੈ ਕਿ ਦੋ ਭਾਵ ਹੋ ਜਾਣੇ, ਦੁਆਇਸ਼ ਭਾਵ ਮਨ ਦੇ ਵਿੱਚ ਆ ਜਾਣੇ, ਜਿਸ ਦੇ ਕਾਰਨ ਮਨੁੱਖ ਭੁਲੇਖੇ ਦੇ ਵਿੱਚ ਪੈ ਜਾਣਾ। ਭਾਦੋਏ ਮਨੁੱਖ ਦੇ ਵਿੱਚ ਮਨ ਦੇ ਅੰਦਰ ਦੋ ਅਵਸਥਾਵਾਂ ਬਣ ਜਾਣੀਆਂ, ਜਿਨ੍ਹਾਂ ਅਵਸਥਾਵਾਂ ਕਰਕੇ ਮਨੁੱਖ ਜਿਹੜਾ ਹੈ ਖਿੰਡਾਵ ਆਪਣੇ ਮਨ ਦੇ ਅੰਦਰ ਪੈਦਾ ਕਰਦਾ ਹੈ। ਸਤਿਗੁਰੂ ਜੀਆਂ ਨੇ ਸ਼ਬਦ ਵਰਤਿਆ ਭਾ ਦੋਏ। ਇਹਨੂੰ ਆਪਾਂ ਭਾ ਤੇ ਦੋਏ ਇਹਨਾਂ ਦੋਵਾਂ ਸ਼ਬਦਾਂ ਨੂੰ ਜੋੜ ਕਰਕੇ ਵੱਖਰਾ ਵੱਖਰਾ ਕਰਕੇ ਸਮਝਣ ਦੇ ਕਰਕੇ ਕਿ ਦੋ ਭਾ ਹੋ ਜਾਣੇ, ਦੁਬਿਧਾ ਵਿੱਚ ਮਨੁੱਖ ਦਾ ਮਨ ਪੈ ਜਾਣਾ। ਸਤਿਗੁਰ ਕਹਿੰਦੇ ਭਾ ਦੋਏ ਭਰਮ ਭੁਲਾਣੀਆਂ। ਸਾਧ ਸੰਗਤ ਜੀ ਇਸ ਮਹੀਨੇ ਦੇ ਅੰਦਰ ਦੇਖਿਆ ਜਾਵੇ ਤੇ ਮਨੁੱਖ ਦੇ ਤਨ ਨੂੰ ਦੋ ਤਰ੍ਹਾਂ ਦਾ ਮੌਸਮ ਜਿਹੜਾ ਹੈ ਉਹ ਤਬਦੀਲ ਹੁੰਦਾ ਹੈ, ਪ੍ਰਤੀਕ ਹੁੰਦਾ ਹੈ। ਪਹਿਲਾ ਤੇ ਆਪਾਂ ਦੇਖਦੇ ਹਾਂ ਕਿ ਕਦੀ ਕਦੀ ਠੰਡੀ ਹਵਾ ਵੀ ਚੱਲਦੀ ਹੈ ਔਰ ਦੂਜੇ ਨੰਬਰ ਦੇ ਉੱਪਰ ਕਦੀ ਕਦੀ ਤਰਕਾਟਾ ਹੁਮਸ ਜਿਹੜਾ ਹੈ ਉਹ ਪ੍ਰਤੀਤ ਹੁੰਦਾ ਹੈ। ਇਹ ਤੇ ਹੈ ਸਰੀਰ ਨੂੰ ਆਪਾਂ ਕਹਿ ਲਈਏ ਕਿ ਤਨ ਦੇ ਉੱਪਰ ਇਸ ਮਹੀਨੇ ਦਾ ਅਸਰ ਹੋਣ ਵਾਲਾ। ਔਰ ਸਤਿਗੁਰੂ ਜੀ ਜਿਹੜਾ ਆਤਮਿਕ ਅਵਸਥਾ ਨੂੰ ਉਪਦੇਸ਼ ਦਿੰਦੇ ਨੇ ਇੱਕ ਜੀਵ ਇਸਤਰੀ ਰਾਹੀਂ, ਇੱਕ ਜੀਵ ਇਸਤਰੀ ਦੀ ਉਦਾਹਰਣ ਲੈ ਕਰਕੇ ਇਸ ਨੂੰ ਸਮਝਾਉਣਾ ਚਾਹੁੰਦੇ ਨੇ ਕਿ ਹੇ ਬੰਦਿਆ, ਇੱਕ ਗੱਲ ਯਾਦ ਰੱਖੀ, ਜੇਕਰ ਤੂੰ ਪਰਮਾਤਮਾ ਦੇ ਨਾਲ ਆਪਣੇ ਚਿੱਤ ਨੂੰ ਜੋੜਿਆ ਹੈ ਤੇ ਤੇਰੇ ਭਾ ਦੋਏ ਤੇਰੇ ਅੰਦਰ ਕਦੇ ਦ્વੈਸ਼ ਭਾਵਨਾ ਨਹੀਂ ਆਵੇਗੀ। ਭਾ ਦੋਏ ਭਰਮ ਭੁਲਾਣੀਆਂ। ਭਾਦਰੋਂ ਦੇ ਮਹੀਨੇ ਦੇ ਵਿੱਚ ਜੀਵ ਜਿਹੜੇ ਹਨ ਆਪਾਂ ਕਹਿ ਲਈਏ ਕਿ ਜਿਹੜੀ ਪਤੀ ਵਿਰਤਾ ਧਰਮ ਤੋਂ ਵਿਛੜ ਕਰਕੇ ਪਤਨੀ ਜਿਹੜੀ ਹੈ ਉਹ ਭਰਮ ਦੇ ਵਿੱਚ ਪੈ ਗਈ। ਕਿਉਂ ਭਰਮ ਦੇ ਵਿੱਚ ਪੈ ਗਈ ਕਿ ਮਨ ਦੇ ਵਿੱਚ ਭਾਵ ਜਿਹੜੇ ਦੋ ਹੋ ਗਏ ਕਿ ਸ਼ਾਇਦ ਮੇਰੇ ਖਸਮ ਮੇਰੇ ਪਤੀ ਤੋਂ ਇਲਾਵਾ ਮੈਨੂੰ ਕੋਈ ਹੋਰ ਜਿਹੜਾ ਸੁੱਖ ਹੈ ਉਹ ਘਨੇਰੇ ਦੇ ਸਕਦਾ ਹੈ। ਭਾਦਰੋਂ ਦੇ ਮਹੀਨੇ ਦੇ ਅੰਦਰ ਸਤਿਗੁਰੂ ਜੀ ਕਹਿੰਦੇ ਭਰਮ ਦੇ ਵਿੱਚ ਜੀਵ ਇਸਤਰੀ ਜਿਹੜੀ ਹੈ ਉਹ ਵੀ ਪਈ ਹੋਈ ਹੈ। ਇਹਨੇ ਆਪਣੇ ਮਨ ਦੇ ਅੰਦਰ ਇਹ ਵਿਚਾਰ ਧਾਰਨ ਕਰ ਲਈ ਕਿ ਸ਼ਾਇਦ ਅਕਾਲ ਪੁਰਖ ਵਾਹਿਗੁਰੂ ਜੀਆਂ ਤੋਂ ਬਗੈਰ ਮੈਂ ਹੋਰ ਕਿਤੇ ਜਾ ਕਰਕੇ ਸੁੱਖ ਜਿਹੜਾ ਹੈ ਉਹ ਘਨੇਰਾ ਪਾਵਾਂਗੀ। ਸਤਿਗੁਰੂ ਕਹਿੰਦੇ ਐਸੇ ਭਰਮ ਦੇ ਵਿੱਚ ਪੈ ਕਰਕੇ ਇਹ ਇਸਤਰੀ। ਸਾਧ ਸੰਗਤ ਜੀ ਭਰਮ ਨਾਮ ਕਾਹਦਾ ਹੈ? ਭਰਮ ਹੈ ਕਿ ਜਿਹੜਾ ਝੂਠ ਹੈ ਉਹਨੂੰ ਸੱਚ ਕਰਕੇ ਮੰਨਣਾ, ਉਹਨੂੰ ਭਰਮ ਕਹਿੰਦੇ ਨੇ। ਜਿਵੇਂ ਆਪਾਂ ਕਹਿ ਲਈਏ ਕਿ ਕੁਝ ਵੀ ਜਿਹੜਾ ਸੱਚ ਨਹੀਂ, ਹਨੇਰੇ ਦੇ ਵਿੱਚ ਪਈ ਹੋਈ ਰੱਸੀ ਜਿਹੜੀ ਹੈ ਉਹ ਜੀਵਾਂ ਨੂੰ ਸੱਪ ਪ੍ਰਤੀਤ ਕਰਦੀ ਹੈ। ਉਤੋਂ ਇਹ ਲੱਗਦਾ ਹੈ ਕਿ ਇਹ ਸੱਪ ਹੈ, ਪਰ ਉਹ ਸੱਪ ਨਹੀਂ, ਉਹ ਅੰਧਕਾਰ ਦੇ ਵਿੱਚ ਪਈ ਹੋਈ ਰੱਸੀ ਹੈ। ਇਹ ਹੈ ਭਰਮ
ਤੇ ਜਿਸ ਨੂੰ ਜੀਵ ਨੂੰ ਭਰਮ ਪੈ ਗਿਆ ਉਹਦੇ ਅੰਦਰ ਡਰ, ਭਾਵਨਾ, ਸਹਿਮ ਜਿਹੜੇ ਆਦਿਕ ਵਿਸ਼ੇ ਵਿਕਾਰ ਪੈਦਾ ਹੋ ਜਾਂਦੇ ਨੇ। ਕਿਉਂਕਿ ਜਿਹੜਾ ਆਪਣੇ ਕਰਤੇ ਤੋਂ ਵਿਛੜ ਕੇ, ਆਪਣੇ ਉਸ ਪਤੀ ਪਰਮਾਤਮਾ ਖਸਮ ਤੋਂ ਵਿਛੜ ਕੇ ਭਰਮ ਦੇ ਵਿੱਚ ਪੈ ਕਰਕੇ, ਤੇ ਸਤਿਗੁਰ ਕਹਿੰਦੇ ਦੂਜਾ ਲੱਗਾ ਹੇਤ, ਕਹਿੰਦੇ ਦੂਜੇ ਪਾਸੇ ਹੇਤ, ਦੂਜੇ ਪਾਸੇ ਪ੍ਰੇਮ ਲੱਗ ਜਾਵੇ। ਸਾਧ ਸੰਗਤ ਜੀ, ਭਗਤ ਰਵਿਦਾਸ ਜੀਆਂ ਨੇ ਬੜਾ ਸੋਹਣਾ ਜ਼ਿਕਰ ਕੀਤਾ। ਕਹਿੰਦੇ ਮਾਧਵੇ ਕਿਆ ਕਹੀਐ ਭ੍ਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ। ਕਹਿੰਦੇ ਜਿਵੇਂ ਮੰਨੀਦਾ ਹੈ ਕਿ ਇੰਜ ਹੈ ਪਰ ਇੰਜ ਨਹੀਂ, ਜੈਸਾ ਮਾਨੀਐ ਹੋਏ ਨਾ ਤੈਸਾ, ਉਸ ਪ੍ਰਕਾਰ ਦਾ ਭਰਮ ਨਹੀਂ। ਤੇ ਜਿਵੇਂ ਸਤਿਗੁਰੂ ਜੀਆਂ ਦੀ ਗੁਰਬਾਣੀ ਪੜ੍ਹੀਏ ਤੇ ਸਤਿਗੁਰੂ ਜੀ ਅਨੇਕਾਂ ਥਾਵਾਂ ਦੇ ਉੱਪਰ ਇਹ ਸਮਝਾਉਂਦੇ ਨੇ ਕਿ ਭਰਮ ਜਿਹੜਾ ਹੈ ਕੇਵਲ ਕਿਸੇ ਇੱਕ ਜੀਵ ਨੂੰ ਨਹੀਂ, ਜਾਂ ਸੰਸਾਰ ਦੇ ਉੱਪਰ ਚੱਲਣ ਵਾਲਿਆਂ ਨੂੰ ਕੇਵਲ ਭਰਮ ਨਹੀਂ, ਭਰਮ ਤੇ ਜਿਹੜੇ ਵੱਡੇ ਵੱਡੇ ਦੇਵਤੀ ਦੇਵਤੇ ਨੇ ਉਹਨਾਂ ਲੋਕਾਂ ਨੂੰ ਵੀ ਭਰਮ ਜਿਹੜਾ ਹੈ ਉਹ ਪਿਆ ਹੋਇਆ ਹੈ। ਕਹਿੰਦੇ ਭੱਬਾ ਭਰਮ ਮਿਟਾਵੋ ਆਪਣਾ, ਇਹ ਸੰਸਾਰ ਸਗਲ ਹੈ ਸੁਪਨਾ। ਭਰਮੇ ਸੁਰ ਨਰ ਦੇਵੀ ਦੇਵਾ, ਭਰਮੇ ਸਿਧ ਸਾਧਿਕ ਬ੍ਰਹਮੇਵਾ। ਭਰਮ ਪਰਮ ਮਾਨੁਕ ਡਹਿਕਾਏ, ਦੁੱਤਰ ਮਹਾ ਬਿਖਮ ਏ ਮਾਏ। ਸਾਰੇ ਜੀਵ ਭਰਮ ਦੇ ਵਿੱਚ ਪਏ ਹੋਏ ਨੇ। ਭਰਮ ਦੇ ਵਿੱਚ ਪੈ ਕਰਕੇ ਜੀਵ ਜਿਹੜਾ ਹੈ ਦੂਜੇ ਪਾਸੇ ਆਪਣੇ ਚਿੱਤ ਨੂੰ ਜੋੜਦਾ ਹੈ। ਸਾਧ ਸੰਗਤ ਜੀ, ਆਪਾਂ ਸੁਖਾਲੇ ਰੂਪ ਦੇ ਅੰਦਰ ਕਰੀਏ ਕਿ ਜਿਹੜਾ ਜੀਵ ਅਕਾਲ ਪੁਰਖ ਵਾਹਿਗੁਰੂ ਜੀਆਂ ਅੱਗੇ ਅਰਦਾਸ ਕਰਦਾ ਹੈ, ਕਿਉਂਕਿ ਜਿਹੜਾ ਗੁਰੂ ਕਾ ਸਿੱਖ ਗੁਰੂ ਪਾਸ ਅਰਦਾਸ ਕਰੇ, ਅਰਦਾਸ ਕਰਨ ਦੇ ਨਾਲ ਉਹਦੇ ਉੱਪਰ ਭਰੋਸਾ ਰੱਖੇ, ਵਿਸ਼ਵਾਸ ਰੱਖੇ। ਜੇਕਰ ਅਰਦਾਸ ਕੀਤੀ ਹੈ ਸੱਚੇ ਅੱਗੇ, ਪੂਰੇ ਅੱਗੇ, ਤੇ ਸਾਨੂੰ ਭਰੋਸਾ ਤੇ ਵਿਸ਼ਵਾਸ ਹੋਣਾ ਚਾਹੀਦਾ ਹੈ। ਜੇਕਰ ਅਸੀਂ ਵਿਸ਼ਵਾਸ ਕੀਤਾ ਹੈ, ਸਤਿਗੁਰੂ ਅੱਗੇ ਭਰੋਸਾ ਕੀਤਾ ਹੈ ਕਿ ਸਤਿਗੁਰੂ ਜੀ ਤੁਹਾਡੇ ਅੱਗੇ ਅਸਾਂ ਨੇ ਬੰਦਨਾ ਕੀਤੀ ਹੈ, ਸਾਡਾ ਵਿਸ਼ਵਾਸ ਹੈ, ਤੇ ਗੁਰੂ ਕਾ ਸਿੱਖ ਇਹ ਫਿਰ ਆਸ ਵੀ ਜ਼ਰੂਰ ਰੱਖੇ। ਜੇਕਰ ਗੁਰੂ ਦੇ ਅੱਗੇ ਅਰਦਾਸ ਹੈ ਫਿਰ ਵਿਸ਼ਵਾਸ ਹੋਵੇ, ਜੇ ਵਿਸ਼ਵਾਸ ਹੈ ਤੇ ਫਿਰ ਭਰੋਸਾ ਜ਼ਰੂਰ ਹੋਵੇ। ਗੁਰੂ ਆਸ ਵੀ ਜਿਹੜੀ ਹੈ ਉਹ ਪੂਰੀ ਜ਼ਰੂਰ ਕਰਦਾ ਹੈ। ਇਸੇ ਕਰਕੇ ਜਿਹੜੇ ਜੀਵ ਪਰਮਾਤਮਾ ਤੋਂ ਟੁੱਟੇ ਨੇ, ਅਰਦਾਸ ਕਰਕੇ ਉਹਨਾਂ ਦਾ ਭਰੋਸਾ ਪਰਮਾਤਮਾ ਦੇ ਉੱਪਰ ਨਹੀਂ ਵੱਜਦਾ, ਉਹ ਭਰਮ ਦੇ ਵਿੱਚ ਪੈ ਜਾਂਦੇ ਨੇ ਕਿ ਸ਼ਾਇਦ ਮੈਨੂੰ ਇਸ ਘਰ ਦੇ ਵਿੱਚੋਂ ਕੁਝ ਨਹੀਂ ਮਿਲਿਆ ਤੇ ਮੈਂ ਹੋਰ ਕਿਤੇ ਜਾਵਾਂਗਾ ਤੇ ਸ਼ਾਇਦ ਭਲੇ ਕੁਝ ਜ਼ਿਆਦਾ ਮਿਲ ਜਾਵੇ, ਪਰ ਨਹੀਂ। ਸਤਿਗੁਰੂ ਕਹਿੰਦੇ ਭਾਦੋਏ ਭਰਮ ਭੁਲਾਣੀਆਂ, ਇਹ ਸਾਡੀਆਂ ਜੀਵ ਇੰਦਾਂ ਜਿਹੜੀਆਂ ਹਨ ਆਪਣਾ ਮਨ ਦੋ ਪੱਖੀ ਕਰਕੇ ਦੁਬਿਧਾ ਵਿੱਚ ਪੈ ਕਰਕੇ ਭੁੱਲ ਗਈਆਂ ਨੇ ਕਿ ਸਾਨੂੰ ਇਸ ਖਸਮ ਨੂੰ ਛੱਡ ਕੇ ਨਹੀਂ ਜਾਣਾ ਚਾਹੀਦਾ। ਇਹ ਭੁੱਲ ਗਈਆਂ ਨੇ ਕਿ ਸਾਡਾ ਇਹ ਖਸਮ ਪਤੀ ਜਿਹੜਾ ਹੈ ਉਹ ਸਭ ਤੋਂ ਵੱਡਾ ਹੈ। ਸਤਿਗੁਰੂ ਜੀ ਕਹਿਣ ਲੱਗੇ ਦੂਜੇ ਲੱਗਾ ਹੇਤ, ਤੇ ਸਤਿਗੁਰੂ ਜੀਆਂ ਦੀ ਗੁਰਬਾਣੀ ਕਹਿੰਦੀ ਹੈ ਖਸਮ ਵਿਸਾਰ, ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ। ਜਿਹੜੇ ਆਪਣੇ ਖਸਮ ਪਰਮਾਤਮਾ ਪਤੀ ਨੂੰ ਛੱਡ ਕਰਕੇ ਹੋਰਨਾਂ ਪਾਸੇ ਆਪਣੇ ਮੋਹ ਨੂੰ ਚਿੱਤ ਨੂੰ ਜੋੜਦੇ ਨੇ, ਸਤਿਗੁਰੂ ਕਹਿੰਦੇ ਡੁੱਬੇ ਸੇਵਣ ਜਾ ਰਿਹਾ। ਉਹ ਜੀਵ ਜਿਹੜੇ ਹਨ ਉਹ ਇਹ ਸੰਸਾਰ ਸਮੁੰਦਰ ਦੇ ਵਿੱਚ ਡੁੱਬ ਜਾਂਦੇ ਨੇ, ਕਿਉਂਕਿ ਉਹਨਾਂ ਨੇ ਪਾਰ ਲੰਘਾਉਣ ਵਾਲੇ ਨੂੰ ਦੂਰ ਕਰ ਦਿੱਤਾ ਹੈ, ਭੁਲਾ ਦਿੱਤਾ ਹੈ। ਸਾਧ ਸੰਗਤ ਜੀ, ਆਪਾਂ ਦੂਸਰੇ ਪਾਸੇ ਸਤਿਗੁਰੂ ਜੀਆਂ ਦੀ ਗੁਰਬਾਣੀ ਪੜ੍ਹੀਏ ਨਾ, ਸਤਿਗੁਰੂ ਕਹਿੰਦੇ ਦੂਜੇ ਪਾਸੇ ਹੇਤ ਕਿਹਨਾਂ ਦਾ ਲੱਗਾ ਹੈ? ਜਿਹੜੇ ਆਪਣੇ ਖਸਮ ਪਤੀ ਨੂੰ ਭੁੱਲ ਗਏ ਨੇ, ਜਿਨ੍ਹਾਂ ਨੇ ਇਹ ਜਾਣ ਲਿਆ ਹੈ ਕਿ ਮੇਰਾ ਖਸਮ ਪਰਮਾਤਮਾ ਵਾਹਿਗੁਰੂ ਮੇਰੀ ਅਰਦਾਸ ਮੇਰੀ ਅਰਜ਼ ਨੂੰ ਨਹੀਂ ਸੁਣਦਾ, ਸ਼ਾਇਦ ਮੈਂ ਹੋਰ ਕਿਸੇ ਅੱਗੇ ਪੁਕਾਰ ਕਰਾਂ ਤੇ ਮੇਰੀ ਜਿਹੜੀ ਅਰਜ਼ ਹੈ ਉਹ ਕਬੂਲੀ ਜਾਵੇ। ਸਤਿਗੁਰੂ ਕਹਿਣ ਲੱਗੇ ਦੇਖ ਭਾਈ, ਜੇਕਰ ਤੂੰ ਆਪਣੇ ਪਰਮਾਤਮਾ ਪਤੀ ਨੂੰ ਭੁੱਲ ਜਾਵੇਂਗਾ, ਤੈਨੂੰ ਹੋਰ ਕਿਤੇੋਂ ਕਦੇ ਵਾਸਤੇ ਵੀ ਸੁੱਖ ਜਿਹੜੇ ਹਨ ਉਹ ਪ੍ਰਾਪਤ ਨਹੀਂ ਹੋਣਗੇ। ਲੱਖ ਸਿਗਾਰ ਬਣਾਇਆ, ਕਾਰਜ ਨਾਹੀ ਕੇਤ। ਸਤਿਗੁਰੂ ਜੀ ਕਹਿਣ ਲੱਗੇ ਦੇਖ ਭਾਈ, ਜੇਕਰ ਤੂੰ ਆਪਣੇ ਪਰਮਾਤਮਾ ਵਾਹਿਗੁਰੂ ਜੀਆਂ ਨੂੰ ਵਸਾਰ ਦਵੇਂ ਔਰ ਦੂਜੇ ਪਾਸੇ ਆਪਣਾ ਪਿਆਰ ਲਾ ਲਵੇਂ ਉਸ ਪਰਮਾਤਮਾ ਖਸਮ ਨੂੰ ਛੱਡ ਕਰਕੇ, ਫਿਰ ਸਤਿਗੁਰੂ ਕਹਿਣ ਲੱਗੇ ਲੱਖ ਸ਼ਿੰਗਾਰ ਬਣਾਇਆ,
ਕਾਰਜ ਨਾਹੀਂ ਕੇਤ। ਫਿਰ ਭਾਵੇਂ ਜੀਵ ਇਸਤਰੀ ਲੱਖਾਂ ਹੀ ਸ਼ਿੰਗਾਰ ਬਣਾ ਲਵੇ, ਲੱਖਾਂ ਹੀ ਆਪਾਂ ਕਹਿ ਲਈਏ ਪ੍ਰਮਾਤਮਾ ਪਤੀ ਨੂੰ ਖੁਸ਼ ਕਰਨ ਦੇ ਵਾਸਤੇ ਪਹਿਰਾਵੇ ਬਦਲ ਲਵੇ, ਤੇ ਦੂਜੇ ਪਾਸੇ ਇਸਤਰੀ ਆਪਣੇ ਪਤੀ ਨੂੰ ਖੁਸ਼ ਕਰਨ ਦੇ ਵਾਸਤੇ ਜਿਤਨੇ ਮਰਜ਼ੀ ਸ਼ਿੰਗਾਰ ਕਰ ਲਵੇ, ਸਤਿਗੁਰੂ ਜੀ ਕਹਿੰਦੇ ਉਹ ਸ਼ਿੰਗਾਰ ਜਿਹੜੇ ਹਨ ਉਹ ਵਿਅਰਥ ਨੇ। ਸਤਿਗੁਰੂ ਜੀਆਂ ਨੇ ਗੁਰਬਾਣੀ ਦੇ ਅੰਦਰ 16 ਸ਼ਿੰਗਾਰ ਦੱਸੇ ਨੇ ਨਾ। ਸਤਿਗੁਰ ਕਹਿੰਦੇ ਸਖੀ ਕਾਜਲ ਹਾਰ ਤੰਬੋਲ ਸਭੈ ਕਿਸ ਸਾਜਿਆ, 16 ਕੀਏ ਸ਼ਿੰਗਾਰ ਕੇ ਅੰਜਨ ਪਾਜਿਆ, ਜੇ ਕਰ ਆਵੇ ਕੰਤ ਤਾਂ ਸਭ ਕਿਛ ਪਾਈਐ, ਹਰਹਾ ਕੰਤੈ ਬਾਜ ਸ਼ਿੰਗਾਰ ਸਭ ਬਿਰਥਾ ਜਾਈਐ, ਜੇ ਘਰ ਵਸਿਆ ਕੰਤ ਸਾ ਵਡ ਭਾਗਣੇ, ਤਿਸ ਬਣਿਆ ਹਬ ਸਿੰਗਾਰ ਸਾਈ ਵਡ ਭਾਗਣੇ। ਸਤਿਗੁਰੂ ਜੀ ਕਹਿਣ ਲੱਗੇ ਦੇਖੋ ਇਤਨੇ ਸ਼ਿੰਗਾਰ ਪਤਨੀ ਨੇ ਪਤੀ ਦੇ ਅੱਗੇ ਕੀਤੇ, 16 ਸ਼ਿੰਗਾਰ ਕਰਕੇ ਵੀ ਉਹਨੇ ਰੱਖੇ, ਪਰ ਜੇਕਰ ਪਤੀ ਘਰ ਦੇ ਵਿੱਚ ਆਣ ਕਰਕੇ ਆਪਣਾ ਮੁਖ ਦਿਖਾਲੇ ਤਾਂ ਉਹ ਸ਼ਿੰਗਾਰ ਜਿਹੜੇ ਹਨ ਪ੍ਰਵਾਨ ਨੇ। ਸਖੀ ਹਾਰ ਸ਼ਿੰਗਾਰ ਤੰਬੋਲ ਸਭੈ ਕੇ ਸਾਜਿਆ, 16 ਕੀਏ ਸ਼ਿੰਗਾਰ ਕੇ ਅੰਜਨ ਪਾਜਿਆ, ਜੇ ਘਰ ਆਵੇ ਕੰਤ ਤਾਂ ਸਭ ਕਿਛ ਪਾਈਐ, ਹਰਹਾ ਕੰਤੈ ਬਾਜ ਸ਼ਿੰਗਾਰ ਸਭ ਬਿਰਥਾ ਜਾਈਐ। ਕਹਿੰਦੇ ਪਤੀ ਤੋਂ ਬਗੈਰ ਸਾਰੇ ਜਿਹੜੇ ਹਾਰ ਸ਼ਿੰਗਾਰ ਨੇ ਉਹ ਵਿਅਰਥ ਚਲੇ ਜਾਂਦੇ ਨੇ। ਇਸੇ ਤਰ੍ਹਾਂ ਹੀ ਸਤਿਗੁਰੂ ਜੀਆਂ ਨੇ ਜੀਵ ਜਿੰਦ ਨੂੰ ਸਮਝਾਉਣ ਵਾਸਤੇ ਕਿਹਾ ਹੈ, ਕਹਿੰਦੇ ਜਿਸ ਘਰ ਵਸਿਆ ਕੰਤ ਸਾ ਵੱਡ ਭਾਗਣੇ। ਕਹਿੰਦੇ ਜਿਹਦੇ ਹਿਰਦੇ ਅੰਦਰ, ਜਿਸ ਦੇ ਹਿਰਦੇ ਰੂਪੀ ਘਰ ਦੇ ਅੰਦਰ ਉਹ ਕੰਤ ਪ੍ਰਮਾਤਮਾ ਵਾਹਿਗੁਰੂ ਵਸਿਆ ਹੈ, ਉਹ ਜੀਵਾਂ ਉਹ ਜਿੰਦਾਂ ਜਿਹੜੀਆਂ ਹਨ ਵਡਭਾਗੀ ਨੇ। ਜਿਸ ਘਰ ਵਸਿਆ ਕੰਤ ਸਾ ਵਡ ਭਾਗਣੇ, ਜਿਸ ਬਣਿਆ ਹਬ ਸਿੰਗਾਰ ਸਾਈ ਸੁਹਾਗਣੇ। ਕਹਿੰਦੇ ਉਹਨਾਂ ਦੇ ਫਿਰ ਸਾਰੇ ਸ਼ਿੰਗਾਰ ਜਿਹੜੇ ਹਨ ਉਹ ਬਣ ਆਉਂਦੇ ਨੇ, ਔਰ ਉਹ ਚੰਗੇ ਸੁਹਾਗ ਵਾਲੀਆਂ ਇਹ ਜੀਵ ਜਿੰਦਾਂ ਜਿਹੜੀਆਂ ਹਨ ਉਹ ਬਣ ਜਾਂਦੀਆਂ ਨੇ। ਪਰ ਜਿਨ੍ਹਾਂ ਨੇ ਪਰਮਾਤਮਾ ਨੂੰ ਵਿਸਾਰ ਦਿੱਤਾ, ਸਤਿਗੁਰੂ ਕਹਿੰਦੇ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੇਤ, ਉਹਨਾਂ ਦੇ ਫਿਰ ਕਿਸੇ ਵੀ ਕੰਮ ਜਿਹੜਾ ਹੈ ਇਹ ਸ਼ਿੰਗਾਰ ਜਿਹੜੇ ਹਨ ਕਿਸੇ ਕੰਮ ਨਹੀਂ ਆਉਂਦੇ, ਜਿਨ੍ਹਾਂ ਨੇ ਆਪਣੇ ਖਸਮ ਪ੍ਰਮਾਤਮਾ ਨੂੰ ਵਿਸਾਰ ਦਿੱਤਾ ਹੈ। ਜਿਤ ਦਿਨ ਦੇਹ ਬਿਨਸਸੀ, ਤਿਤ ਵੇਲੇ ਕਹਿਸਨ ਪ੍ਰੇਤ। ਸਤਿਗੁਰੂ ਜੀਆਂ ਨੇ ਫਿਰ ਜਿਹੜਾ ਜੀਵ ਇੱਕ ਅਟਲ ਸਚਾਈ ਨੂੰ ਆਪਾਂ ਕਹਿ ਲਈਏ ਕਿ ਭੁੱਲ ਕਰਕੇ ਬੈਠਾ ਹੈ, ਕਿਉਂਕਿ ਜਦੋਂ ਵੀ ਨਾਮ ਆਉਂਦਾ ਹੈ ਨਾ ਮੌਤ ਦਾ, ਉਦੋਂ ਜੀਵਾਂ ਦੇ ਮਨ ਦੇ ਅੰਦਰ ਸਹਿਮ ਜਿਹੜਾ ਹੈ ਉਹ ਪੈਦਾ ਹੋ ਜਾਂਦਾ, ਤੇ ਜਿੰਨਾ ਚਿਰ ਅੰਦਰ ਸਹਿਮ ਡਰ ਨਾ ਪੈਦਾ ਹੋਵੇ ਤੇ ਉਹਨਾਂ ਤੱਕ ਮਨੁੱਖ ਦੇ ਕੋਲੋਂ ਸਾਧ ਸੰਗਤ ਜੀ ਭਗਤੀ ਵੀ ਨਹੀਂ ਹੁੰਦੀ। ਜੇਕਰ ਮਨ ਦੇ ਅੰਦਰ ਇਹ ਡਰ ਹੈ, ਇਹ ਚੇਤਾ ਹੈ ਕਿ ਇੱਕ ਨਾ ਇੱਕ ਦਿਨ ਮੌਤ ਜਿਹੜੀ ਹੈ, ਜਮਾਂ ਦਾ ਰੱਸਾ ਜਿਹੜਾ ਹੈ ਉਹ ਆਣ ਕਰਕੇ ਮੇਰੇ ਗਲ ਦੇ ਵਿੱਚ ਪਵੇਗਾ, ਉਹਨਾਂ ਤੇ ਇੱਕ ਪ੍ਰਮਾਤਮਾ ਵਾਹਿਗੁਰੂ ਜੀਆਂ ਦੀ ਬੰਦਗੀ ਤੇ ਭਗਤੀ ਨਹੀਂ ਹੋ ਸਕਦੀ। ਕਿਉਂਕਿ ਆਪਾਂ ਕੇਵਲ ਇਹੀ ਸੋਚੀ ਜਾਂਦੇ ਆ ਕਿ ਅਜੇ ਬੜਾ ਲੰਮਾ ਔਰ ਵਧੇਕ ਸਮਾਂ ਜਿਹੜਾ ਹੈ ਸਾਡੇ ਕੋਲ ਸੰਸਾਰ ਦੇ ਵਿੱਚ ਹੈ, ਪਰ ਸਤਿਗੁਰੂ ਜੀਆਂ ਦੀ ਗੁਰਬਾਣੀ ਤੇ ਇਹ ਕਹਿੰਦੀ ਹੈ ਕਿ ਕੇਵਲ ਇੱਕ ਛਿਨ ਮਾਤਰ, ਇੱਕ ਪਲ ਮਾਤਰ ਤੇਰੀ ਜ਼ਿੰਦਗੀ ਹੈ, ਪਤਾ ਨਹੀਂ ਅਗਲਾ ਸਵਾਸ ਆਵੇ ਕਿ ਜਾਂ ਨਾ ਆਵੇ। ਤੂੰ ਉਸ ਪ੍ਰਮਾਤਮਾ ਵਾਹਿਗੁਰੂ ਜੀਆਂ ਦੀ ਬੰਦਗੀ ਕਰ, ਉਸ ਪ੍ਰਮਾਤਮਾ ਵਾਹਿਗੁਰੂ ਜੀਆਂ ਨੂੰ ਸਿਮਰ। ਸਤਿਗੁਰੂ ਕਹਿੰਦੇ ਗੱਗਾ ਗੋਬਿੰਦ ਗੁਣ ਰਵਹੁ, ਸਾਸ ਸਾਸ ਜਪ ਨੀਤ, ਕਹਾਂ ਬਿਸਾਸਾ ਦੇਹ ਕਾ ਬਿਲਮ ਨਾ ਕਰਹੁ ਮੀਤ। ਕਹਿੰਦੇ ਇਸ ਦੇਹ ਦਾ ਕੋਈ ਵੀ ਭਰੋਸਾ ਨਹੀਂ, ਤੂੰ ਬਿਲਮ ਨਾ ਕਰ, ਭਾਵ ਦੇਰੀ ਨਾ ਕਰ ਪਰਮਾਤਮਾ ਦੀ ਬੰਦਗੀ ਕਰਨ ਦੇ ਵਾਸਤੇ। ਤੇਰੇ ਕੋਲ ਸਮਾਂ ਜਿਹੜਾ ਹੈ ਬੜਾ ਹੀ ਥੋੜਾ ਹੈ। ਕਹਿਣ ਲੱਗੇ ਬਿਲਮ ਨਾ ਕਰਹੁ ਮੀਤ, ਨਹਿ ਬਾਰਕ ਨਹਿ ਜੋਬਨੈ, ਨਹਿ ਬਿਰਦੀ ਕਛ ਬੰਦ, ਉਹ ਵੇਲਾ ਨਹੀਂ ਬੂਝੀਐ ਜੋ ਆਏ ਪਰੈ ਜਮ ਫੰਦ। ਉਹ ਵੇਲੇ ਦਾ ਪਤਾ ਨਹੀਂ ਕਿ ਕਦੋਂ ਆਣ ਕਰਕੇ ਜਮਾ ਨੇ ਤੈਨੂੰ ਢਾਹ ਲਾ ਦੇਣੀ ਹੈ। ਸਤਿਗੁਰ ਕਹਿੰਦੇ ਜਿਤ ਦਿਨ ਦੇਹ ਬਿਨ ਸਸੀ, ਜਿਸ ਦਿਨ ਸਾਡੀ ਦੇਹ ਜਿਹੜੀ ਹੈ ਖਤਮ ਹੋਵੇਗੀ, ਵਿਣਸ ਜਾਵੇਗੀ, ਸਾਡਾ ਸਰੀਰ ਜਿਹੜਾ ਹੈ ਖਤਮ ਹੋਵੇਗਾ,
ਤਿਤ ਵੇਲੇ ਕਹਿਸਨ ਪ੍ਰੇਤ। ਕਿਉਂਕਿ ਮਨੁੱਖ ਦਾ ਜੀਵਨ ਕੇਵਲ ਇੱਕ ਸਵਾਸ ਤੇ ਟਿਕਿਆ ਹੋਇਆ ਹੈ। ਹਮ ਆਦਮੀ ਹਾਂ ਇੱਕ ਦਮੀ, ਮੋਹਲਤ ਮੌਤ ਨਾ ਜਾਣਾ। ਭਾਵੇਂ ਸ਼ਬਦ ਕੌੜੇ ਨੇ, ਸਾਡਾ ਮਨ ਇਹਨਾਂ ਨੂੰ ਸੁਣਨਾ ਨਹੀਂ ਚਾਹੁੰਦਾ ਕਿ ਕੀ ਇੱਕ ਸ਼ਬਦ ਹੈ ਮੌਤ, ਉਹਨੂੰ ਵਾਰ-ਵਾਰ ਦੁਹਰਾਈ ਜਾਣਾ। ਪਰ ਸਤਿਗੁਰੂ ਜੀਆਂ ਦੀ ਗੁਰਬਾਣੀ ਵਾਰ-ਵਾਰ ਇਹ ਜ਼ਿਕਰ ਕਰਦੀ ਹੈ। ਭਾਦਰੋਂ ਦਾ ਸਾਰਾ ਮਹੀਨਾ ਵਾਰ-ਵਾਰ ਤੈਨੂੰ ਮੌਤ ਚੇਤੇ ਕਰਾਉਂਦਾ ਹੈ, ਤੈਨੂੰ ਪ੍ਰਮਾਤਮਾ ਦੇ ਨਾਲੋਂ ਵਿਛੋੜਾ ਚੇਤੇ ਕਰਵਾਉਂਦਾ ਹੈ ਕਿ ਜੇਕਰ ਤੈਨੂੰ ਪ੍ਰਮਾਤਮਾ ਦੇ ਨਾਲ ਵਿਛੋੜਾ ਲੱਗਾ ਹੈ, ਮੌਤ ਨੂੰ ਚੇਤੇ ਰੱਖ। ਮੌਤ ਜਿਹੜੀ ਹੈ ਇੱਕ ਦਿਨ ਜ਼ਰੂਰ ਤੇਰੇ ਆਵੇਗੀ, ਔਰ ਤੇਰੀ ਇਹ ਦੇਹੀ ਜਿਹੜੀ ਹੈ, ਤੇਰਾ ਸਰੀਰ ਜਿਹੜਾ ਹੈ ਉਹ ਖਤਮ ਤੇ ਵਿਨਾਸ਼ ਹੋ ਜਾਵੇਗਾ। ਜਿਤ ਦਿਨ ਦੇਹ ਬਿਨ ਸਸੀ, ਤਿਤ ਵੇਲੇ ਕਹਿਸਨ ਪ੍ਰੇਤ। ਉਦੋਂ ਫਿਰ ਤੇਰੇ ਨਿਕਟ ਵਸਣ ਵਾਲੇ ਜਿਹੜੇ ਸੰਗੀ ਸਾਥੀ ਨੇ, ਰਿਸ਼ਤੇਦਾਰ ਨੇ, ਉਹਨਾਂ ਛੇਤੀ ਨਾਲ ਹੀ ਇਹ ਕਹਿ ਦੇਣਾ ਕਿ ਪ੍ਰੇਤ ਹੈ, ਇਹਨੂੰ ਲੈ ਚੱਲੋ। ਕਿਉਂਕਿ ਸਾਧ ਸੰਗਤ ਜੀ ਦੇਖੋ, ਆਪਾਂ ਇਹ ਸੋਚਦੇ ਹਾਂ ਕਿ ਸ਼ਾਇਦ ਸਾਡਾ ਜੀਵਨ ਸ਼ਾਇਦ 100 ਸਾਲ ਤੱਕ ਹੀ ਹੈ, ਸਾਡਾ ਜੀਵਨ ਸ਼ਾਇਦ 80-90 ਸਾਲ ਤੱਕ ਹੈ। ਪਰ ਸਤਿਗੁਰੂ ਜੀ ਕਹਿੰਦੇ ਇਹ ਭੁਲੇਖਾ ਆਪਣੇ ਮਨ ਦੇ ਵਿੱਚ ਕਦਾਚਿਤ ਵੀ ਨਾ ਰੱਖੀ। ਕਿਉਂਕਿ ਨਹਿ ਬਾਰਕ ਨਹਿ ਜੋਬਣੈ, ਨਹਿ ਬਿਰਦੀ ਕਛ ਬੰਧ। ਮੌਤ ਜਿਹੜੀ ਹੈ ਕਦੇ ਵਾਸਤੇ ਵੀ ਬੱਚਾ ਨਹੀਂ ਦੇਖਦੀ, ਜਵਾਨ ਨਹੀਂ ਦੇਖਦੀ, ਬਿਰਧ ਨੂੰ ਨਹੀਂ ਦੇਖਦੀ। ਜਦੋਂ ਵੀ ਕਿਸੇ ਦਾ ਸਮਾਂ ਆਉਂਦਾ ਹੈ, ਮੌਤ ਦਾ ਘੇਰਾ ਉਸ ਵੇਲੇ ਮਨੁੱਖ ਨੂੰ ਪੈ ਜਾਂਦਾ ਹੈ। ਕਾਲ ਜਿਹੜਾ ਹੈ ਆਪਣਾ ਭਾਰੀ ਰੂਪ ਜਿਹੜਾ ਹੈ ਉਸ ਵੇਲੇ ਦਿਖਾ ਦਿੰਦਾ ਹੈ। ਸਤਿਗੁਰੂ ਕਹਿੰਦੇ ਜਿਸ ਦਿਨ ਕਾਲ ਨੇ ਆਣ ਕਰਕੇ ਝਪਟ ਮਾਰੀ, ਤੇਰੀ ਇਹ ਦੇਹ ਜਿਹੜੀ ਹੈ ਖਤਮ ਹੋ ਗਈ। ਤਿਤ ਵੇਲੇ ਕਹਿਸਨ ਪ੍ਰੇਤ, ਜਬ ਹੀ ਹੰਸ ਤਜੀ ਇਹ ਕਾਇਆ। ਪ੍ਰੇਤ ਪ੍ਰੇਤ ਕਰ ਭਾਗੀ। ਸਤਿਗੁਰੂ ਕਹਿੰਦੇ ਸਾਰਿਆਂ ਤੋਂ ਨਿਕਟ ਵਸਣ ਵਾਲੀ ਤੇਰੀ ਜਿਹੜੀ ਬਣਤਾ ਹੈ, ਤੇਰੀ ਜਿਹੜੀ ਪਤਨੀ ਹੈ, ਉਹ ਵੀ ਇੱਕ ਦਿਨ ਪ੍ਰੇਤ ਪ੍ਰੇਤ ਕਰਕੇ ਤੇਰੇ ਕੋਲੋਂ ਭੱਜ ਜਾਵੇਗੀ। ਜਿਹਦੇ ਨਾਲ ਜ਼ਿਆਦਾ ਪ੍ਰੇਮ ਹੈ ਤਿਤ ਵੇਲੇ ਕਹਿਸਨ ਪ੍ਰੇਤ। ਹਰ ਕੋਈ ਉਦੋਂ ਕਹਿੰਦਾ ਹੈ ਕਿ ਵੇਲਾ ਸਮਾਂ ਜਿਹੜਾ ਹੈ ਨਿਕਲ ਰਿਹਾ ਹੈ, ਬਿਲਕੁਲ ਛੇਤੀ ਲੈ ਚੱਲੋ। ਹਾਂਜੀ। ਪਕੜ ਚਲਾਇਨ ਦੂਤ ਜਮ, ਕਿਸੈ ਨਾ ਦੇਨੀ ਭੇਤ। ਹੁਣ ਜਿਹੜੇ ਜੀਵ ਸੰਸਾਰ ਦੇ ਵਿੱਚ ਰਹਿ ਕਰਕੇ ਬਹੁਤਾਂਤ ਰੂਪ ਦੇ ਅੰਦਰ ਇਹ ਨਹੀਂ ਮੰਨਦੇ ਕਿ ਸ਼ਾਇਦ ਕੋਈ ਧਰਮਰਾਜ ਹੈ, ਸ਼ਾਇਦ ਕੋਈ ਪ੍ਰਲੋਕ ਹੈ, ਜਾਂ ਕੋਈ ਦੂਤ ਨਹੀਂ। ਕਿਉਂਕਿ ਜ਼ਿਆਦਾਤਰ ਦੁਨੀਆ ਦੇ ਅੰਦਰ ਭੁਲੇਖਾ ਪਾਉਣ ਦੇ ਵਾਸਤੇ ਪ੍ਰਚਾਰ ਹੋ ਰਿਹਾ ਕਿ ਤੁਹਾਨੂੰ ਡਰਨ ਦੀ ਲੋੜ ਨਹੀਂ, ਕੋਈ ਭਾਈ ਧਰਮਰਾਜ ਨਹੀਂ, ਸਾਰਾ ਕੁਝ ਲੋਕ ਦੇ ਵਿੱਚ ਹੀ ਹੈ, ਖਾਓ ਪੀਓ ਐਸ਼ ਕਰੋ, ਜਿਸ ਦਿਨ ਜਾਣਾ ਉਸੇ ਦਿਨ ਚਲੇ ਹੀ ਜਾਣਾ ਹੈ। ਪਰ ਸਤਿਗੁਰੂ ਜੀਆਂ ਦੀ ਗੁਰਬਾਣੀ ਕਹਿੰਦੀ ਹੈ ਇੱਕ ਕੰਮ ਕਰ, ਆਪਣੇ ਜਾਣ ਦੇ ਵਾਸਤੇ ਤੂੰ ਲੋਕ ਦੇ ਵਿੱਚ ਤੇ ਧਨ ਇਕੱਠਾ ਕੀਤਾ ਹੈ, ਪਰਲੋਕ ਦੇ ਵਿੱਚ ਵੀ ਧਨ ਕਰ। ਪਰਲੋਕ ਦੇ ਵਾਸਤੇ ਵੀ ਧਨ ਜਿਹੜਾ ਹੈ ਉਹਨੂੰ ਇਕੱਤਰ ਕਰ। ਸਤਿਗੁਰੂ ਜੀ ਕਹਿਣ ਲੱਗੇ ਦੇਖ ਤੇਰਾ ਲੇਖਾ ਜੋਖਾ ਜਿਹੜਾ ਹੈ ਉਹ ਪਰਮਾਤਮਾ ਦੀ ਦਰਗਾਹ ਦੇ ਵਿੱਚ ਹੋਵੇਗਾ, ਪਰਲੋਕ ਦੇ ਵਿੱਚ ਹੋਵੇਗਾ। ਕਿਉਂਕਿ ਪਕੜ ਚਲਾਇਣ ਦੂਤ ਜਮ, ਜਦੋਂ ਸਾਧ ਸੰਗਤ ਜੀ ਦੂਤ ਲੈਣ ਵਾਸਤੇ ਆਉਂਦੇ ਨੇ ਨਾ, ਉਹ ਫੜ ਕਰਕੇ ਲੈ ਜਾਂਦੇ, ਔਰ ਕਿਸੇ ਨੂੰ ਵੀ ਉਹਨਾਂ ਦਾ ਭੇਤ ਨਹੀਂ ਹੁੰਦਾ ਕਿ ਕਿਧਰ ਨੂੰ ਲੈ ਕਰਕੇ ਚੱਲੇ ਨੇ ਜਾਂ ਕਿਸ ਸਮੇਂ ਉਹਨਾਂ ਲੈਣ ਵਾਸਤੇ ਆਉਣਾ ਹੈ। ਜਦੋਂ ਪਰਮਾਤਮਾ ਦਾ ਹੁਕਮ ਹੋ ਗਿਆ ਤੇ ਕਿਸੇ ਨਾ ਦੇਣੀ ਭੇਤ, ਫਿਰ ਕਿਸੇ ਨੂੰ ਵੀ ਭੇਦ ਨਹੀਂ ਦਿੱਤਾ ਜਾਵੇਗਾ। ਚੌਥੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ, ਲਾਵੀ ਆਇਆ ਖੇਤ, ਜਾ ਜਮ ਪਕੜ ਚਲਾਇਆ ਵਣਜਾਰਿਆ ਮਿੱਤਰਾ, ਕਿਸੇ ਨਾ ਮਿਲਿਆ ਭੇਤ। ਭੇਤ ਚੇਤ ਹਰ ਕਿਸੇ ਨਾ ਮਿਲਿਓ, ਜਾ ਜਮ ਪਕੜ ਚਲਾਇਆ, ਝੂਠਾ ਰੁਦਨ ਹੋਆ ਦੁਆਲੇ, ਖਿਨ ਮੈਂ ਭਇਆ ਪਰਾਇਆ। ਕਹਿੰਦੇ ਝੂਠਾ ਜਿਹੜਾ ਰੋਣ ਧੋਣ ਹੈ ਨਾ, 4.5 ਸਫੇਰੇ ਹੁੰਦਾ ਪਿਆ ਹੈ। ਇਹ ਕਹਿਣ ਲੱਗੇ ਇੱਕ ਖਿਨ ਦੇ ਵਿੱਚ ਖਤਮ ਹੋ ਜਾਵੇਗਾ, ਇੱਕ ਖਿਨ ਦੇ ਵਿੱਚ ਪਰੇ ਉੱਡ ਜਾਵੇਗਾ। ਝੂਠਾ ਰੁਦਨ ਹੋਆ ਦੁਆਲੇ, ਖਿਨ ਮੈਂ ਭਇਆ ਪਰਾਇਆ। ਸਤਿਗੁਰ ਕਹਿੰਦੇ ਕਿਸੇ ਨਾ ਦੇਣੀ ਭੇਤ, ਫਿਰ ਇਸ ਗੱਲ ਦਾ ਕਿਸੇ ਜੀਵ ਨੂੰ ਵੀ ਭੇਤ ਨਹੀਂ ਮਿਲੇਗਾ। ਛੱਡ ਖੜੋਤੇ ਖਿਨੈ ਮਾਹੇ, ਜਿਨ ਸਿਓ ਲੱਗਾ ਹੇਤ। ਫਿਰ ਸਤਿਗੁਰੂ ਜੀ ਕਹਿਣ ਲੱਗੇ ਦੇਖੋ ਭਾਈ,
ਸਾਧ ਸੰਗਤ ਜੀ, ਇਸ ਵਿਚਾਰ ਨੂੰ ਕਰਦੇ ਆ ਸਾਡੇ ਮਨ ਦੇ ਅੰਦਰ ਦੋ ਅਵਸਥਾਵਾਂ ਬਣਨੀਆਂ ਚਾਹੀਦੀਆਂ ਨੇ ਕਿ ਇੱਕ ਤੇ ਨੇ ਗੁਰਮੁਖ ਜਨ ਜਿਹੜੇ ਗੁਰੂ ਦੇ ਸਨਮੁਖ ਰਹਿਣ ਵਾਲੇ, ਤੇ ਦੂਜੇ ਨੇ ਮਨਮੁਖ ਜਿਨ੍ਹਾਂ ਨੇ ਪ੍ਰਮਾਤਮਾ ਵਾਹਿਗੁਰੂ ਜੀਆਂ ਨੂੰ ਵਿਸਾਰਿਆ ਹੋਇਆ, ਜਿਨ੍ਹਾਂ ਨੇ ਪ੍ਰਮਾਤਮਾ ਵਾਹਿਗੁਰੂ ਜੀਆਂ ਨੂੰ ਭੁਲਾ ਦਿੱਤਾ ਹੈ। ਇੱਕ ਤੇ ਉਹ ਜੀਵ ਨੇ, ਉਹਨਾਂ ਦੀ ਮੌਤ ਅੰਦਰ, ਤੇ ਜਿਹੜੇ ਗੁਰਮੁਖ ਦੇ ਗੁਰੂ ਦੇ ਸਨਮੁਖ ਰਹਿਣ ਵਾਲੇ ਨੇ ਉਹਨਾਂ ਦੀ ਮੌਤ ਦੇ ਅੰਦਰ ਜ਼ਮੀਨ ਔਰ ਆਸਮਾਨ ਦਾ ਫਰਕ ਹੁੰਦਾ ਹੈ। ਸਤਿਗੁਰੂ ਕਹਿੰਦੇ ਜਿਨੇ ਪਿਆਰੇ ਨੇ ਲੋਕ ਦੇ ਅੰਦਰ ਨਾਮ ਜਪਿਆ ਹੈ, ਰੇ ਰੇ ਦਰਗਹਿ ਕਹੇ ਨਾ ਕੋਊ, ਆਓ ਬੈਠ ਆਦਰ ਸੁਭ ਦੇਊ। ਸਤਿਗੁਰੂ ਜੀ ਕਹਿਣ ਲੱਗੇ ਉਹਨੂੰ ਫਿਰ ਦਰਗਾਹ ਦੇ ਵਿੱਚ ਕੋਈ ਓਏ ਕਹਿ ਕੇ ਵੀ ਨਹੀਂ ਬੁਲਾ ਸਕਦਾ, ਉਹਦਾ ਆਦਰ ਤੇ ਸਤਿਕਾਰ ਕੀਤਾ ਜਾਂਦਾ ਹੈ। ਪਰ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਵਿਸਾਰ ਦਿੱਤਾ, ਪਕੜ ਚਲਾਇਣ ਦੂਤ ਜਮ, ਕਿਸੇ ਨਾ ਦੇਨੀ ਭੇਤ। ਫਿਰ ਸਤਿਗੁਰੂ ਕਹਿੰਦੇ ਛੱਡ ਖੜੋਤੇ ਖਿਨੈ ਮਾਹੇ, ਜਿਨ ਸਿਉ ਲੱਗਾ ਹੇਤ। ਜਿਹੜੇ ਰਿਸ਼ਤੇਦਾਰ ਕਰੀਬੀ ਨੇ ਉਹ ਇੱਕ ਖਿਨ ਦੇ ਵਿੱਚ ਸਾਨੂੰ ਛੱਡ ਦਿੰਦੇ ਨੇ, ਖਿਨ ਦੇ ਵਿੱਚ ਪਰਾਏ ਹੋ ਜਾਂਦੇ ਨੇ, ਜਿਨ੍ਹਾਂ ਦੇ ਨਾਲ ਸਾਡਾ ਪ੍ਰੀਤ ਲੱਗਾ, ਪ੍ਰੇਮ ਲੱਗਾ ਹੋਇਆ। ਸਾਧ ਸੰਗਤ ਜੀ, ਇੱਥੇ ਤੇ ਮੌਤ ਦੀ ਗੱਲ ਤੇ ਵੱਖਰੀ। ਜਦੋਂ ਕੋਈ ਮਨੁੱਖ ਨਿਰਧਨ ਹੋ ਜਾਵੇ ਨਾ, ਕੰਗਾਲ ਹੋ ਜਾਵੇ, ਦੁਨੀਆ ਦੇ ਲੋਕ ਉਹਨੂੰ ਉਦੋਂ ਹੀ ਤਿਆਗ ਦਿੰਦੇ ਨੇ। ਦੁਨੀਆ ਦੇ ਲੋਕ ਉਹਨਾਂ ਨਾਲ ਉੱਠਣਾ ਬੈਠਣਾ ਖਲੋਣਾ ਯਾਰੀ ਮਿੱਤਰਤਾ ਰੱਖਣੀ ਉਦੋਂ ਹੀ ਛੱਡ ਦਿੰਦੇ ਨੇ, ਕਿਉਂਕਿ ਜਬ ਹੀ ਨਿਰਧਨ ਦੇਖਿਓ ਨਰਕਓ, ਸੰਗ ਛੋੜ ਸਭ ਭਾਗੇ। ਸਤਿਗੁਰੂ ਕਹਿੰਦੇ ਸਾਰੇ ਤੇਰਾ ਸਾਥ ਛੱਡ ਕਰਕੇ ਭੱਜ ਜਾਣਗੇ ਅੰਤ ਦੇ ਵੇਲੇ। ਇਸ ਕਰਕੇ ਉਸ ਪ੍ਰਮਾਤਮਾ ਵਾਹਿਗੁਰੂ ਜੀਆਂ ਨੂੰ ਕਦੇ ਨਾ ਵਸਾਵੀਂ, ਜਿਹੜਾ ਲੋਕ ਔਰ ਪ੍ਰਲੋਕ ਦੇ ਅੰਦਰ ਤੇਰਾ ਰੱਖਿਅਕ ਹੈ, ਤੇਰੀ ਸਹਾਇਤਾ ਕਰਨ ਵਾਲਾ ਹੈ। ਹੱਥ ਮਰੋੜੈ ਤਨ ਕਪੇ, ਸਿਆਹੋ ਹੋਆ ਸੇਤ। ਸਤਿਗੁਰੂ ਜੀ ਕਹਿਣ ਲੱਗੇ ਜਦੋਂ ਮੌਤ ਆਣ ਕੇ ਆਪਣਾ ਭਾਰੀ ਜ਼ੋਰ ਦਿਖਾਉਂਦੀ ਹੈ ਨਾ, ਹੱਥ ਮਰੋੜੈ ਤਨ ਕੱਪੇ, ਸਿਆਹੋ ਹੋਆ ਸੇਤ। ਮਨੁੱਖ ਦੇ ਜਿਹੜੇ ਹੱਥ ਨੇ ਉਹ ਕੁੰਡੇ ਹੋ ਜਾਂਦੇ ਨੇ, ਮਰੋੜੇ ਜਾਂਦੇ ਨੇ। ਤਨ ਜਿਹੜਾ ਹੈ ਉਹਦੇ ਵਿੱਚੋਂ ਪੀੜਾਂ ਨਿਕਲਦੀਆਂ ਨੇ, ਸਿਆਹ ਹੋਆ ਸੇਤ। ਕਈ ਮਨੁੱਖ ਦੇ ਤਨ ਦੇ ਉੱਪਰ, ਚਿਹਰੇ ਦੇ ਉੱਪਰ ਰੰਗ ਆਉਂਦੇ ਨੇ, ਤੇ ਕਈ ਰੰਗ ਜਿਹੜੇ ਹਨ ਉਹ ਚਲੇ ਜਾਂਦੇ ਨੇ। ਜਿਵੇਂ ਭਗਤ ਫਰੀਦ ਜੀਆਂ ਦੀ ਪਾਵਨ ਪਵਿੱਤਰ ਗੁਰਬਾਣੀ ਸ਼ਲੋਕਾਂ ਦੇ ਅੰਦਰ ਆਪਾਂ ਪੜ੍ਹਦੇ ਹਾਂ ਨਾ, ਜਿਤ ਦਿਹਾੜੇ ਧਨਵਰੀ, ਸਾਹੇ ਲਏ ਲਿਖਾਏ, ਮਲਕ ਜੇ ਕੰਨੀ ਸੁਣੀ ਦਾ, ਮੋਹ ਦਿਖਾਲੇ ਆਏ। ਸਤਿਗੁਰੂ ਕਹਿੰਦੇ ਭਗਤ ਫਰੀਦ ਜੀ, ਜਿੰਦ ਨਿਮਾਣੀ ਕੱਢੀਐ, ਹੱਡਾ ਕੂ ਕੜਕਾਏ, ਸਾਹੇ ਲਿਖੇ ਨਾ ਚੱਲਣੀ, ਜਿੰਦੂ ਕੂ ਸਮਝਾਏ। ਕਹਿੰਦੇ ਇਹ ਜਦੋਂ ਜਿੰਦ ਹੈ ਉਹ ਸਰੀਰ ਦੇ ਵਿੱਚੋਂ ਕੱਢੀ ਜਾਂਦੀ ਹੈ ਨਾ, ਜਿੰਦ ਨਿਮਾਣੀ ਕੱਢੀ ਹੈ, ਹੱਡਾਂ ਕੂ ਕੜਕਾਏ, ਉਹ ਹੱਡਾਂ ਨੂੰ, ਇਹ ਸਰੀਰ ਦੇ ਅੰਗਾਂ ਨੂੰ ਤਰੋੜ ਮਰੋੜ ਕਰਕੇ ਨਿਕਲਦੀ ਹੈ। ਜਿੰਦ ਨਿਮਾਣੀ ਕੱਢੀ ਹੈ, ਹੱਡਾਂ ਕੂ ਕੜਕਾਏ, ਸਾਹੇ ਲਿਖੇ ਨਾ ਚੱਲਣੀ, ਜਿੰਦੂ ਕੋ ਸਮਝਾਏ। ਸਤਿਗੁਰੂ ਕਹਿੰਦੇ ਹੱਥ ਮਰੋੜੇ ਤਨ ਕੱਪੇ, ਸਿਆਹ ਹੋਆ ਸੇਤ। ਜੇਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਫਿਰ ਸਤਿਗੁਰੂ ਜੀ ਅਖੀਰਲੀਆਂ ਪੰਕਤੀਆਂ ਦੇ ਅੰਦਰ ਇਹ ਕਿਰਪਾ ਕਰਦੇ, ਜੀਵ ਸੰਸਾਰ ਦੇ ਅੰਦਰ ਜਿਵੇਂ ਦਾ ਫਲ ਬੀਜਦਾ ਹੈ ਉਹਨੂੰ ਉਸੇ ਤਰ੍ਹਾਂ ਦਾ ਵੱਢਣਾ ਪੈਂਦਾ। ਜਿਵੇਂ ਦਾ ਉਹ ਇਸ ਕਰਮ ਰੂਪੀ ਧਰਤੀ ਦੇ ਅੰਦਰ, ਇਸ ਸਰੀਰ ਦੇ ਅੰਦਰ ਕਰਮ ਨੂੰ, ਬੀਜ ਨੂੰ ਬੋਂਦਾ ਹੈ, ਉਸੇ ਤਰ੍ਹਾਂ ਦਾ ਜੀਵ ਨੂੰ ਫਿਰ ਵੱਢਣਾ ਪੈਂਦਾ ਹੈ। ਕਿਉਂਕਿ ਕਰਮ ਧਰਤੀ ਸਰੀਰ ਕਲਯੁਗ ਵਿੱਚ ਜਿਹਾ ਕੋ ਬੀਜੈ ਤੇਹਾ ਕੋ ਖਾਵੈ। ਜਿਵੇਂ ਦਾ ਵੀ ਉਹ ਬੀਜਦਾ ਹੈ ਭਾਈ, ਜੈਸਾ ਬੀਜੈ ਤੈਸਾ ਖਾਸਾ। ਆਪੇ ਬੀਜ ਆਪੇ ਹੀ ਖਾਓ। ਆਪਾਂ ਹਰ ਰੋਜ਼ ਪੜ੍ਹਦੇ ਹਾਂ, ਸਤਿਗੁਰੂ ਕਹਿੰਦੇ ਭਾਈ ਆਪੇ ਹੀ ਬੀਜ ਕਰਕੇ ਤੈਨੂੰ ਉਹ ਫਸਲ ਦਾ ਫਲ ਆਪ ਹੀ ਖਾਣਾ ਪਵੇਗਾ। ਇਸ ਕਰਕੇ ਐਸੇ ਕਰਮ ਕਰ, ਐਸੇ ਨੇਕ ਕਰਮ ਕਰਕੇ ਜਿਨ੍ਹਾਂ ਨੂੰ ਅਖੀਰ ਦੇ ਵਿੱਚ ਤੈਨੂੰ ਪਰਮਾਤਮਾ ਦੀ ਦਰਗਾਹ ਦੇ ਅੰਦਰ ਕੁਝ ਨਾ ਕੁਝ ਸਤਿਕਾਰ ਮਿਲ ਸਕੇ, ਕੁਝ ਨਾ ਕੁਝ ਨਿਜਾਤ ਹਾਸਲ ਹੋ ਸਕੇ, ਕਿ ਕਿਉਂ ਪਰਮਾਤਮਾ ਦੀ ਉਸ ਦਰਗਾਹ ਦੇ ਅੰਦਰ, ਪਰਲੋਕ ਦੇ ਅੰਦਰ ਸੁਖੀ ਹੋ ਸਕੇ। ਸਾਧ ਸੰਗਤ ਜੀ, ਆਪਾਂ ਹਰ ਰੋਜ਼ ਇਹ ਪੜ੍ਹਦੇ ਹਾਂ ਕਿ ਦੇਖੋ ਜਿਵੇਂ ਸੰਸਾਰ ਦੇ ਅੰਦਰ ਲੋਕ ਮਾੜੇ ਕਰਮ ਕਮਾਉਣ, ਕੁਝ ਮਾੜਾ ਕਰਨ,
ਤੇ ਅੰਤ ਦੇ ਵਿੱਚ ਸੋਚਣ ਕਿ ਨਹੀਂ ਸਾਨੂੰ ਇਹ ਚੰਗਾ ਹੀ ਨਸੀਬ ਹੋਵੇ ਜਾਂ ਫਲ ਸਾਨੂੰ ਚੰਗਾ ਹੀ ਮਿਲੇ, ਐਸਾ ਨਹੀਂ ਹੋਵੇਗਾ। ਸਤਿਗੁਰ ਕਹਿੰਦੇ ਜਿਵੇਂ ਕਾ ਤੂੰ ਕਰੇਂਗਾ ਭਾਈ ਉਵੇਂ ਦਾ ਹੀ ਤੈਨੂੰ ਭੋਗਣਾ ਪਵੇਗਾ, ਉਸੇ ਤਰ੍ਹਾਂ ਦੀ ਫਸਲ ਜਿਹੜੀ ਹੈ ਉਹ ਤੈਨੂੰ ਵੱਢਣੀ ਪਵੇਗੀ। ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਤ ਪ੍ਰਭ ਦੇਤ। ਪਰ ਉਸ ਪ੍ਰਮਾਤਮਾ ਵਾਹਿਗੁਰੂ ਜੀਆਂ ਦੀ ਸ਼ਰਨ ਦੇ ਵਿੱਚ ਪਿਆ, ਉਸ ਪ੍ਰਮਾਤਮਾ ਵਾਹਿਗੁਰੂ ਜੀਆਂ ਦੀ ਬੋਹਿਤ ਪ੍ਰਭ ਜਹਾਜ਼ ਦੇ ਉੱਪਰ ਚੜ੍ਹ ਕਰਕੇ ਮਨੁੱਖ ਜਿਹੜਾ ਹੈ ਉਹ ਸਦਾ ਵਾਸਤੇ ਹੀ ਪ੍ਰੇਮ ਕਰਦਾ ਹੈ। ਪਰਮਾਤਮਾ ਦੇ ਚਰਨਾਂ ਦੇ ਨਾਲ ਪ੍ਰੇਮ ਕਰਕੇ, ਪਰਮਾਤਮਾ ਵਾਹਿਗੁਰੂ ਜੀਆਂ ਦੀ ਬੰਦਗੀ ਕਰਕੇ, ਉਸ ਪਰਮਾਤਮਾ ਵਾਹਿਗੁਰੂ ਜੀਆਂ ਦੀ ਦਰਗਾਹ ਦੇ ਅੰਦਰ ਸਾਰੇ ਕਲੇਸ਼ ਪਾਪ ਜਿਹੜੇ ਹਨ ਮਨੁੱਖ ਦੇ ਨਾਸ ਹੋ ਜਾਂਦੇ ਨੇ। ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਤ ਪ੍ਰਭ ਦੇਤ। ਫਿਰ ਅਖੀਰ ਦੇ ਵਿੱਚ ਸਤਿਗੁਰੂ ਜੀ ਭਾਦੋਂ ਦਾ ਇਹ ਸਿਰਲੇਖ ਇਹ ਜੀਵਾਂ ਦੇ ਭਲੇ ਹਿਤ ਉਪਦੇਸ਼ ਬਖਸ਼ਿਸ਼ ਕਰਦੇ ਹਨ। ਸੇ ਭਾਦੋਏ ਨਰਕ ਨਾ ਪਾਈ ਹੈ ਗੁਰ ਰੱਖਣ ਵਾਲਾ ਹੇਤ। ਸਤਿਗੁਰੂ ਜੀ ਕਹਿੰਦੇ ਭਾਦਰੋਂ ਦੇ ਮਹੀਨੇ ਦੇ ਵਿੱਚ ਉਹ ਜੀਵਾਂ ਦੇ ਉੱਪਰ ਸਤਿਗੁਰੂ ਜੀ ਰਹਿਮਤ ਕਰਦੇ ਨੇ ਜਿਹੜੇ ਜੀਵ ਪਰਮਾਤਮਾ ਵਾਹਿਗੁਰੂ ਜੀਆਂ ਦੇ ਚਰਨਾਂ ਦੇ ਨਾਲ ਜੁੜੇ ਹੋਏ ਨੇ। ਸੰਸਾਰ ਦੇ तमाम ਦੇਵੀ ਦੇਵਤਿਆਂ ਨੂੰ ਛੱਡ ਕਰਕੇ ਕੇਵਲ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਚਰਨਾਂ ਦੇ ਨਾਲ ਜਿਨ੍ਹਾਂ ਦੀ ਸੁਰਤ ਲੱਗੀ ਹੋਈ ਹੈ, ਜਿਹੜੇ ਸਤ ਸੰਗ ਰੂਪੀ ਜਹਾਜ਼ ਦੇ ਵਿੱਚ ਬੇੜੇ ਦੇ ਵਿੱਚ ਬੈਠਦੇ ਨੇ, ਗੁਰੂ ਨਾਨਕ ਦੀ ਸੰਗਤ ਕਰਦੇ ਨੇ। ਸਤਿਗੁਰ ਕਹਿੰਦੇ ਸੇ ਭਾਦੋਏ ਨਰਕ ਨਾ ਪਾਈਆ ਹੈ। ਉਹ ਜੀਵ ਜਿਹੜੇ ਹਨ ਨਰਕ ਦੇ ਵਿੱਚ ਨਹੀਂ ਪਾਏ ਜਾਂਦੇ, ਕਿਉਂਕਿ ਗੁਰ ਰੱਖਣ ਵਾਲਾ ਹੇਤ ਗੁਰੂ ਸਮਰੱਥ ਹੈ, ਗੁਰੂ ਪੂਰਾ ਹੈ, ਗੁਰੂ ਜਿਹੜਾ ਹੈ ਉਹ ਰੱਖਣ ਵਾਲਾ ਹੈ। ਰੱਖੇ ਰੱਖਣਹਾਰ ਆਪ ਉਭਾਰਿਆਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਆਨ। ਸਤਿਗੁਰੂ ਜੀ ਜੀਵਾਂ ਦੀ ਰੱਖਿਆ ਕਰਦੇ ਨੇ ਤੇ ਜਿਹੜੇ ਜੀਵ ਪਰਮਾਤਮਾ ਕੋਲੋਂ ਵਿਛੜ ਜਾਂਦੇ ਨੇ ਉਹਨਾਂ ਨੂੰ ਨਰਕ ਵਿੱਚ ਵੀ ਥਾਂ ਨਹੀਂ ਮਿਲਦੀ। ਸਤਿਗੁਰੂ ਜੀ ਕਿਰਪਾ ਕਰਨ ਸਾਨੂੰ ਗੁਰੂ ਕੀ ਸੰਗਤ ਇਸ ਜਹਾਜ਼ ਦੇ ਅੰਦਰ ਬੈਠ ਕਰਕੇ ਲੋਕ ਔਰ ਪਰਲੋਕ ਦੇ ਅੰਦਰ ਸਦਾ ਅੰਗ ਸੰਗ ਸਹਾਇਤਾ ਕਰਕੇ ਸਤਿਗੁਰੂ ਜੀ ਆਪਣੇ ਚਰਨਾਂ ਦੇ ਨਾਲ ਜੋੜ ਕਰਕੇ ਰੱਖਣ। ਸਤਿਗੁਰੂ ਦੀਆਂ ਦੀ ਵਡਿਆਈ ਸੋਭਾ ਸਾਡੇ ਹਿਰਦੇ ਦੇ ਅੰਦਰ ਬਣ ਆਵੇ, ਵਸ ਆਵੇ। ਸਤਿਗੁਰੂ ਦਇਆ ਕਰੇ। ਜਿਵੇਂ ਸਾਉਣ ਦਾ ਮਹੀਨਾ ਖੁਸ਼ੀਆਂ ਖੇੜਿਆਂ ਦੇ ਨਾਲ ਸਾਡਾ ਪ੍ਰਤੀਤ ਹੋਇਆ, ਭਾਦਰੋਂ ਦੇ ਮਹੀਨੇ ਸਤਿਗੁਰੂ ਜੀ ਕਿਰਪਾ ਕਰਨ, ਨਿਤਨੇਮ ਦੀਆਂ ਦਾਤਾਂ ਬਖਸ਼ਿਸ਼ ਕਰਨ, ਅੰਮ੍ਰਿਤ ਵੇਲੇ ਦੀਆਂ ਦਾਤਾਂ ਬਖਸ਼ਿਸ਼ ਕਰਕੇ ਇਸੇ ਤਰ੍ਹਾਂ ਸਤਿਗੁਰੂ ਜੀ ਆਪਣੇ ਚਰਨਾਂ ਦੇ ਨਾਲ ਜੋੜ ਕਰਕੇ ਰਹਿਮਤਾਂ ਵਰਸਾਉਂਦੇ ਰਹਿਣ। ਦਾਸਾਂ ਦੇ ਪਾਸੋਂ ਵਿਚਾਰਾਂ ਕਰਦਿਆਂ ਹੋਇਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਜਾਣੀਆਂ ਸੁਭਾਵਿਕ ਨੇ। ਸਤਿਗੁਰੂ ਜੀ ਬਖਸ਼ਣ ਯੋਗ ਨੇ, ਬਖਸ਼ ਲੈਣ। ਅਗਾਂਹ ਵਾਸਤੇ ਸਤਿਗੁਰੂ ਜੀ ਕਿਰਪਾ ਕਰਨ, ਆਪਣੀ ਵਡਿਆਈ ਸੋਭਾ ਆਪ ਵਿੱਚ ਵਰਤ ਕਰਕੇ ਕਰਵਾਉਂਦੇ ਰਹਿਣ ਜੀ। ਆਓ ਬੜੇ ਪ੍ਰੇਮ ਸਹਿਤ ਅਖੀਰਲੀਆਂ ਪੰਕਤੀਆਂ ਪੜ੍ਹ ਕਰਕੇ ਆਪਾਂ ਸਮਾਪਤੀ ਕਰੀਏ ਜੀ। ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਥ ਪ੍ਰਭ ਦੇਤ। ਸੇ ਭਾਦੋਏ ਨਰਕ ਨਾ ਪਾਈਐ ਗੁਰ ਰੱਖਣ ਵਾਲਾ ਹੇਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਬਹੁਤ ਬਹੁਤ ਧੰਨਵਾਦ ਭਾਈ ਰਾਜਵਿੰਦਰ ਸਿੰਘ ਜੀ ਦਾ, ਜਿਨ੍ਹਾਂ ਨੇ ਆਪ ਜੀ ਨੂੰ ਭਾਦਰੋਂ ਮਹੀਨੇ ਦੀ ਕਥਾ ਵਿਚਾਰ ਸਰਵਣ ਕਰਵਾਈ ਹੈ। ਸਤਿਗੁਰੂ ਕਿਰਪਾ ਕਰਨ ਤੇ ਸਾਡਾ ਚਿੱਤ ਗੁਰੂ ਚਰਨਾਂ ਨਾਲ ਹਮੇਸ਼ਾ ਜੁੜਿਆ ਰਹੇ ਔਰ ਇਹਨਾਂ ਨੂੰ ਵੀ ਚੜ੍ਹਦੀ ਕਲਾ ਬਖਸ਼ਣ। ਆਓ ਹੁਣ ਅਰਦਾਸ ਬੇਨਤੀ ਕਰੀਏ। ਤੂੰ ਠਾਕ